ਹੈਲੋ ਬੱਚਾ ਲੋਗ, ਮੈਂ ਤੁਹਾਡਾ ਫਿਜ਼ਿਕਸ ਇੰਸਟ੍ਰਕਟਰ ਅਰਸ਼ਦੀਪ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਪੀਸੀਐਮ ਕੁਆਂਟਮ ਅਕੈਡਮੀ ਦੇ ਵਿੱਚ, ਜਿੱਥੇ ਬੇਟਾ ਅਸੀਂ ਫਿਜ਼ਿਕਸ +2 ਦੇ ਕਨਸੈਪਟ ਨੂੰ ਬੜੇ ਹੀ ਡਿਟੇਲ ਦੇ ਵਿੱਚ ਤੇ ਬੜੇ ਹੀ ਬਰੀਕੀ ਸਮਝਾਉਂਦੇ ਆ। ਤੇ ਅੱਜ ਦੇ ਟੌਪਿਕ ਨੂੰ ਅਸੀਂ ਇੱਕ ਬੜੀ ਹੀ ਸੋਹਣੀ ਐਗਜ਼ਾਮਪਲ ਦੇ ਨਾਲ ਸ਼ੁਰੂ ਕਰਦੇ ਹਾਂ, ਇੱਕ ਸਵਾਲ ਦੇ ਨਾਲ ਸ਼ੁਰੂ ਕਰਦੇ ਹਾਂ ਤੇ ਇਹ ਸਵਾਲ ਸਾਨੂੰ ਕਿੱਥੇ ਲੈ ਕੇ ਜਾਣਾ ਦੇਖਦੇ ਹਾਂ। ਮੰਨ ਲਓ ਇੱਕ ਇਨਸਾਨ ਦੂਜੇ ਇਨਸਾਨ ਨੂੰ ਸਵਾਲ ਕਰਦਾ ਕਿ ਤੇਰਾ ਘਰ ਕਿੱਥੇ ਆ, ਤੇ ਉਹ ਜਵਾਬ ਦਿੰਦਾ ਸਕੂਲ ਕੋਲ। ਤੇ ਪੁੱਛਦਾ ਸਕੂਲ ਕਿੱਥੇ ਆ, ਉਹ ਕਹਿੰਦਾ ਮੇਰੇ ਘਰ ਕੋਲ। ਉਹ ਕਹਿੰਦਾ ਦੋਨੇ ਕਿੱਥੇ ਆ, ਕਹਿੰਦਾ ਇੱਕ ਦੂਜੇ ਦੇ ਕੋਲ। ਬੇਟਾ ਕੋਈ ਜਵਾਬ ਮਿਲਿਆ? ਨਹੀਂ ਬੇਟਾ, ਇੱਥੇ ਸਿਰਫ ਆਪਾਂ ਨੂੰ ਮਿਸ ਗਾਈਡੈਂਸ ਮਿਲੀ, ਕੋਈ ਜਵਾਬ ਨਹੀਂ ਮਿਲਿਆ। ਅਸਲ ਦੇ ਵਿੱਚ ਪ੍ਰੋਬਲਮ ਆ ਕਿਹੜੀ ਚੀਜ਼ ਦੀ ਰਹੀ ਆ? ਪ੍ਰੋਬਲਮ ਆ ਰਹੀ ਆ ਕਿ ਦੋਨੇ ਜਾਣੇ ਇੱਕ ਦੂਜੇ ਨੂੰ ਸਵਾਲ ਕਰ ਰਹੇ ਆ ਕਿ ਮੇਰਾ ਘਰ ਕਿੱਥੇ ਆ, ਸਕੂਲ ਕਿੱਥੇ ਆ। ਯਾਨੀ ਕਿ ਇੱਥੇ ਪ੍ਰੋਬਲਮ ਆ ਰਹੀ ਆ ਬੇਟਾ ਪੋਜੀਸ਼ਨ ਦੀ, ਲੋਕੇਸ਼ਨ ਦੀ। ਯਾਨੀ ਕਿ ਉਹ ਬੱਚਾ ਆਪਣੇ ਘਰ ਦੀ ਲੋਕੇਸ਼ਨ ਨੂੰ ਦੂਸਰੇ ਇਨਸਾਨ ਨੂੰ ਸਮਝਾ ਨਹੀਂ ਪਾ ਰਿਹਾ। ਪੋਜੀਸ਼ਨ ਦਾ ਪਹਿਚਾਨਣਾ, ਪੋਜੀਸ਼ਨ ਦਾ ਗਿਆਨ ਹੋਣਾ ਇੰਨਾ ਜ਼ਿਆਦਾ ਕਿਉਂ ਜ਼ਰੂਰੀ ਆ? ਇਹ ਸਵਾਲ ਨੂੰ ਲੈ ਕੇ ਬੇਟਾ ਆਪਣਾ ਅੱਜ ਦਾ ਟੌਪਿਕ ਸ਼ੁਰੂ ਹੁੰਦਾ ਤੇ ਕਿਵੇਂ ਇਹ ਇਲੈਕਟ੍ਰੋਸਟੈਟਿਕ ਚ ਐਂਟਰ ਕਰ ਜਾਂਦਾ ਆਪਾਂ ਦੇਖਾਂਗੇ। ਠੀਕ ਹੈ ਬੇਟਾ, ਅਗਰ ਆਪਾਂ ਫਿਜ਼ਿਕਸ ਦੀ ਗੱਲ ਕਰੀਏ ਬੇਟਾ, ਫਿਜ਼ਿਕਸ ਦੇ ਵਿੱਚ ਕਿਸੇ ਵੀ ਬਾਡੀ ਦੀ ਪੋਜੀਸ਼ਨ ਜਾਂ ਲੋਕੇਸ਼ਨ ਦਾ ਇਨਫੋਰਮੇਸ਼ਨ ਹੋਣੀ ਜਾਂ ਉਹਦਾ ਪਤਾ ਹੋਣਾ ਬੇਟਾ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਬੇਟਾ ਸਾਨੂੰ ਇਸ ਬਾਡੀ ਦੀ ਪੋਜੀਸ਼ਨ ਜਾਂ ਲੋਕੇਸ਼ਨ ਨਹੀਂ ਪਤਾ ਹੋਊਗੀ, ਸਾਨੂੰ ਉਹ ਪਤਾ ਹੀ ਨਹੀਂ ਲੱਗੂਗਾ ਕਿ ਉਹ ਇਸ ਜਹਾਨ ਦੇ ਵਿੱਚ ਜਾਂ ਇਸ ਦੁਨੀਆ ਦੇ ਵਿੱਚ ਜਾਂ ਪੂਰੇ ਬ੍ਰਹਿਮੰਡ ਦੇ ਵਿੱਚ ਕਿੱਥੇ ਆ। ਸੋ ਹੀ ਗੱਲ ਮੈਂ ਇੱਥੇ ਲਿਖੀ, ਇਨ ਫਿਜ਼ਿਕਸ the position or the location of the body plays very important role to find him in space। यानी अगर तुसी किसी बॉडी ਨੂੰ स्पेस ਚ ਲੱਭਣਾ ਚਾਹੁੰਦੇ ਹੋ ਨਾ, ਤਾਂ ਤੁਹਾਨੂੰ ਉਹਦੀ ਪੋਜੀਸ਼ਨ ਬਾਰੇ ਪਤਾ ਹੋਣਾ ਜ਼ਰੂਰੀ ਆ। ਸੋ ਅਗਰ ਬੇਟਾ ਸਾਨੂੰ ਪੋਜੀਸ਼ਨ ਨਹੀਂ ਪਤਾ ਹੋਊਗੀ ਤਾਂ ਸਾਨੂੰ ਉਹ ਬॉडी ਪਤਾ ਹੀ ਨਹੀਂ ਲੱਗੂਗੀ ਉਹ ਬॉडी ਕਿੱਥੇ ਪਈ ਆ। ਠੀਕ ਹੈ ਜੀ। ਸੋ ਅਗਰ ਮੈਂ ਐਗਜ਼ਾਮਪਲ ਲਵਾਂ ਬੇਟਾ, ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਓਗ੍ਰਾਫੀ ਚ ਮੈਪ ਪੜ੍ਹਦੇ ਆ ਤੇ ਮੋਬਾਈਲ ਦੇ ਉੱਪਰ ਗੂਗਲ ਮੈਪ ਯੂਜ਼ ਕਰਦੇ ਹੋ, ਸਾਡੀ ਕੀ ਹੈਲਪ ਕਰਦੇ ਨੇ? ਉਹ ਸਾਡੀ ਹੈਲਪ ਕਰਦੇ ਆ ਕਿਸੇ ਵੀ ਪਾਰਟਿਕੂਲਰ ਬਾਡੀ ਦੀ ਪੋਜੀਸ਼ਨ ਜਾਂ ਲੋਕੇਸ਼ਨ ਨੂੰ ਲੱਭਣ ਦੇ ਲਈ। ਸੋ ਬੇਟਾ ਫਿਰ ਇਹ ਲੋਕੇਸ਼ਨ ਜਾਂ ਪੋਜੀਸ਼ਨ ਅਸੀਂ ਕਿਵੇਂ ਲੱਭ ਸਕਦੇ ਆ? ਉਹ ਕਿਹੜੇ ਟੂਲਸ ਨੇ ਜੋ ਸਾਡੀ ਹੈਲਪ ਕਰਦੇ ਆ ਪੋਜੀਸ਼ਨ ਜਾਂ ਕਿਸੇ ਬਾਡੀ ਦੀ ਲੋਕੇਸ਼ਨ ਨੂੰ ਫਾਈਂਡ ਆਊਟ ਕਰਨ ਦੇ ਲਈ? ਤੇ ਬੇਟਾ ਫਿਜ਼ਿਕਸ ਦੇ ਵਿੱਚ ਪੋਜੀਸ਼ਨ ਤੇ ਲੋਕੇਸ਼ਨ ਦਾ ਕਨਸੈਪਟ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਸਾਨੂੰ ਜਗ੍ਹਾ ਜਗ੍ਹਾ ਤੇ ਬਾਡੀਜ਼ ਦੀ ਪੋਜੀਸ਼ਨ ਦੀ ਸਟੱਡੀ ਕਰਨੀ ਪੈਂਦੀ ਆ ਤੇ ਉਹ ਸਟੱਡੀ ਤੋਂ ਬਿਨਾਂ ਅਸੀਂ ਸਾਡੀਆਂ ਕੈਲਕੂਲੇਸ਼ਨਸ ਨੂੰ ਸੋਲਵ ਕਰ ਨਹੀਂ ਸਕਾਂਗੇ। ਤੇ ਅਸੀਂ ਫਿਜ਼ਿਕਸ ਦੇ ਵਿੱਚ ਪੋਜੀਸ਼ਨਸ ਤੇ ਲੋਕੇਸ਼ਨਸ ਨੂੰ ਕਿਵੇਂ ਫਾਈਂਡ ਆਊਟ ਕਰਦੇ ਆ ਤੇ ਸਾਡੇ ਲਈ ਕਿਵੇਂ ਜ਼ਰੂਰੀ ਨੇ, ਚਲੋ ਜੀ ਦੇਖਦੇ ਆ। ਸੋ ਕਹਿੰਦਾ which thing is very important to find the exact position of the body in space। ਹਾਂ ਬੇਟਾ, ਤੁਹਾਨੂੰ ਸਵਾਲ ਆ ਉਹ ਕਿਹੜੀ ਚੀਜ਼ ਆ ਜਿਹੜੀ ਬੇਟਾ ਕਿਸੇ ਵੀ ਬਾਡੀ ਦੀ ਪੋਜੀਸ਼ਨ ਨੂੰ ਲੱਭਣ ਦੇ ਲਈ, ਲੋਕੇਸ਼ਨ ਨੂੰ ਲੱਭਣ ਦੇ ਲਈ ਸਪੇਸ ਸਭ ਤੋਂ ਜ਼ਿਆਦਾ ਜ਼ਰੂਰੀ ਆ। ਉਹ ਤੋਂ ਬਿਨਾ ਬੇਟਾ ਅਸੀਂ ਕਿਸੇ ਬਾਡੀ ਦੀ ਪੋਜੀਸ਼ਨ ਨੂੰ ਲੱਭ ਹੀ ਨਹੀਂ ਸਕਾਂਗੇ। ਤੇ ਇਹੀ ਚੀਜ਼ ਬਾਰੇ ਉਹ ਦੋ ਬੱਚਿਆਂ ਨੂੰ ਪਤਾ ਨਹੀਂ ਸੀ ਜੋ ਇੱਕ ਦੂਜੇ ਨੂੰ ਕੀ ਕਰਦੇ ਸੀ, ਸਵਾਲ ਕਰ ਰਹੇ ਸੀ। ਹਾਂ ਬੇਟਾ, ਸਾਡਾ ਆਨਸਰ ਉਹ ਕਿਹੜੀ ਚੀਜ਼ ਜੋ ਪੋਜੀਸ਼ਨ ਲੱਭਣ ਚ ਹੈਲਪ ਕਰਦੀ ਆ, ਉਸ ਨੂੰ ਬੇਟਾ ਆਪਾਂ ਬੋਲਦੇ ਆ ਪੁਆਇੰਟ ਆਫ ਰੈਫਰੈਂਸ। ਕੀ ਕਹਿੰਦੇ ਆ ਜੀ? ਪੁਆਇੰਟ ਆਫ ਰੈਫਰੈਂਸ। ਤੇ ਪੁਆਇੰਟ ਆਫ ਰੈਫਰੈਂਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਆ। ਮੰਨ ਲਓ ਬੇਟਾ ਇੱਕ ਟਰੈਕ ਹੈ ਤੇ ਟਰੈਕ ਦੇ ਉੱਪਰ ਆਪਾਂ ਰੇਸ ਨੂੰ ਸਟਾਰਟ ਕਰਨਾ ਵਾ। ਠੀਕ ਹੈ ਜੀ। ਤੇ ਮੰਨ ਲਓ ਜੀ ਆਹ ਸਟਾਰਟਿੰਗ ਪੁਆਇੰਟ ਆ ਤੇ ਇੱਥੋਂ ਇੱਕ ਬੱਚਾ ਭੱਜਦਾ, ਭੱਜ ਕੇ ਦੁਬਾਰਾ ਇੱਥੇ ਫੇਰ ਆ ਕੇ ਇਹਨੂੰ ਫਿਨਿਸ਼ ਕਰਦਾ ਵਾ। ਅਗਰ ਬੇਟਾ ਸਾਨੂੰ ਇਹ ਸਟਾਰਟਿੰਗ ਪੁਆਇੰਟ ਪਤਾ ਹੀ ਨਾ ਹੋਵੇ, ਇਹ ਸਟਾਰਟਿੰਗ ਪੁਆਇੰਟ ਬਾਰੇ ਕੋਈ ਨੌਲੇਜ ਹੀ ਨਾ ਹੋਵੇ, ਤਾਂ ਇਸ ਨੂੰ ਸਾਨੂੰ ਕਦੇ ਪਤਾ ਹੀ ਲੱਗੂ ਕਿ ਰੇਸ ਕਿੱਥੋਂ ਸ਼ੁਰੂ ਕਰਨੀ ਆ ਤੇ ਕਿੱਥੇ ਬੇਟਾ ਫਿਨਿਸ਼ ਕਰਨੀ ਆ। ਸਾਨੂੰ ਫਿਨਿਸ਼ ਪੁਆਇੰਟ ਦੀ ਐਗਜ਼ੈਕਟ ਪੋਜੀਸ਼ਨ ਦਾ ਪਤਾ ਨਹੀਂ ਲੱਗੂਗਾ। ਸੋ ਬੇਟਾ ਇਹ ਸਟਾਰਟ ਪੁਆਇੰਟ ਤੇ ਫਿਨਿਸ਼ ਪੁਆਇੰਟ ਸਾਨੂੰ ਇਨਫੋਰਮੇਸ਼ਨ ਦਿੰਦਾ ਵਾ ਕਿੱਥੋਂ ਰੇਸ ਸ਼ੁਰੂ ਕਰਨੀ ਆ ਤੇ ਕਿੱਥੋਂ ਫਿਨਿਸ਼ ਕਰਨੀ ਆ। ਯਾਨੀ ਕਿ ਬੇਟਾ ਜੋ ਇਹ ਸਟਾਰਟ ਪੁਆਇੰਟ ਆ, ਉਹ ਸਟਾਰਟ ਪੁਆਇੰਟ ਨੂੰ ਅਸੀਂ ਕੀ ਬੋਲਾਂਗੇ? ਉਸਨੂੰ ਆਪਾਂ ਬੋਲਾਂਗੇ ਪੁਆਇੰਟ ਆਫ ਰੈਫਰੈਂਸ। ਇਹ ਪੁਆਇੰਟ ਆਫ ਰੈਫਰੈਂਸ ਸਾਨੂੰ ਉੱਥੇ ਪਹੁੰਚਾ ਦੂਗਾ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ। ਹਾਂ ਬੇਟਾ, ਸੈਕੰਡ ਐਗਜ਼ਾਮਪਲ ਲੈਂਦੇ ਆ। ਸੈਕੰਡ ਐਗਜ਼ਾਮਪਲ ਜੀ, ਮੰਨ ਲਓ ਇੱਕ ਬੱਚਾ ਇੱਕ ਪੁਆਇੰਟ O ਤੋਂ ਖੜਾ ਵਾ, ਉਹ ਮੰਨ ਲਓ ਘਰ 'ਚ ਪਹੁੰਚਣਾ ਚਾਹੁੰਦਾ ਵਾ ਤੇ ਘਰ 'ਚ ਪਹੁੰਚਣ ਦੇ ਲਈ ਆਪਾਂ ਉਹਨੂੰ ਕੁਝ ਡਾਇਰੈਕਸ਼ਨਸ ਦਵਾਂਗੇ। ਡਾਇਰੈਕਸ਼ਨ ਕੀ ਆ? ਕਹਿੰਦੇ ਸੀ ਪਹਿਲਾਂ ਤੁਸੀਂ ਪੁਆਇੰਟ O ਤੋਂ 10 ਮੀਟਰ ਨਾਰਥ ਨੂੰ ਜਾਓ।
ਤਾਂ ਉਹ ਕੀ ਕਰਦਾ ਵਾ, ਇੱਥੋਂ 10 ਮੀਟਰ ਨਾਰਥ ਨੂੰ ਜਾਂਦਾ ਤੇ 10 ਮੀਟਰ ਨਾਰਥ ਤੋਂ ਜਾ ਕੇ ਕਹਿੰਦੇ ਤੁਸੀਂ 5 ਮੀਟਰ ਈਸਟ ਜਾਓ, ਫਿਰ ਇੱਥੋਂ 5 ਮੀਟਰ ਈਸਟ ਜਾਂਦਾ, ਤੁਹਾਨੂੰ ਕੀ ਮਿਲ ਜਾਂਦਾ ਬੇਟਾ, ਉਹਨੂੰ ਘਰ ਮਿਲ ਜਾਂਦਾ ਵਾ। ਇਹਨੂੰ ਘਰ ਤਾਂ ਮਿਲਿਆ ਅਗਰ ਉਸਨੂੰ ਬੇਟਾ ਪੁਆਇੰਟ O ਤੋਂ ਰਾਈਟ ਡਾਇਰੈਕਸ਼ਨਸ ਮਿਲਦੀਆਂ। ਅਗਰ ਬੇਟਾ ਉਹਨੂੰ ਪੁਆਇੰਟ O ਹੀ ਨਾ ਮਿਲਦਾ ਤਾਂ ਨਾ ਉਹ ਇੱਥੋਂ 10 ਮੀਟਰ ਨਾਰਥ ਵੱਲ ਜਾ ਸਕਦਾ ਸੀ, ਨਾ ਇੱਥੋਂ ਈਸਟ ਵੱਲ, ਨਾ ਉਹ ਘਰੇ ਪਹੁੰਚ ਸਕਦਾ ਸੀ। ਯਾਨੀ ਕਿ ਬੇਟਾ ਇਹ ਪੁਆਇੰਟ O ਵੀ ਕੀ ਆ, ਇਹ ਪੁਆਇੰਟ O ਵੀ ਪੁਆਇੰਟ ਆਫ ਰੈਫਰੈਂਸ ਆ, ਜਿਹਦੀ ਹੈਲਪ ਰਾਹੀਂ ਆਪਾਂ ਪਾਰਟਿਕੂਲਰ ਪੋਜੀਸ਼ਨ ਤੇ ਪਹੁੰਚ ਸਕਦੇ ਹਾਂ। ਸੋ ਬੇਟਾ ਸਾਨੂੰ ਫਿਜ਼ਿਕਸ ਦੇ ਵਿੱਚ ਕੌਣ ਹੈਲਪ ਕਰਦਾ ਵਾ ਕਿਸੇ ਬਾਡੀ ਦੀ ਪੋਜੀਸ਼ਨ ਜਾਂ ਲੋਕੇਸ਼ਨ ਨੂੰ ਲੱਭਣ ਦੇ ਲਈ, ਉਹ ਕੌਣ ਆ? ਹਾਂ ਬੇਟਾ, ਤੇ ਸਾਡਾ ਜਵਾਬ ਆ ਉਹ ਹੈ ਇੱਕ ਵੈਕਟਰ। ਯੈਸ ਬੇਟਾ, ਉਹ ਇੱਕ ਵੈਕਟਰ ਹੀ ਆ ਜੋ ਸਾਨੂੰ ਪੋਜੀਸ਼ਨ ਨੂੰ ਫਾਈਂਡ ਆਊਟ ਕਰਨ ਚ ਹੈਲਪ ਕਰਦਾ। ਤੇ ਉਹ ਖਾਸ ਵੈਕਟਰ ਦਾ ਕੀ ਨਾਮ ਆ? ਤੇ ਉਹ ਖਾਸ ਵੈਕਟਰ ਦਾ ਨਾਮ ਹੈ ਬੇਟਾ, ਨੋਟ ਕਰ ਲਿਓ ਜੀ, ਵੈਰੀ ਵੈਰੀ ਇੰਪੋਰਟੈਂਟ, is called position vector। yes ਬੇਟਾ, ਹੁਣ ਇਹ ਪੋਜੀਸ਼ਨ ਵੈਕਟਰ ਕੀ ਹੁੰਦੇ ਆ ਬੇਟਾ, ਨੋਟ ਕਰ ਲਿਓ। ਹਾਂ ਬੇਟਾ, ਪੋਜੀਸ਼ਨ ਵੈਕਟਰ ਉਹ ਵੈਕਟਰ ਹੁੰਦੇ ਨੇ ਜੋ ਹੈਲਪ ਕਰਦੇ ਆ ਕੀ ਫਾਈਂਡ ਆਊਟ ਕਰਨ ਦੇ ਲਈ। ਹਾਂ ਬੇਟਾ, ਇਹ ਹੈਲਪ ਕਰਦੇ ਆ ਫਾਈਂਡ ਆਊਟ ਕਰਨ ਦੇ ਲਈ ਕਿਸੇ ਵੀ ਬਾਡੀ ਦੀ ਪੋਜੀਸ਼ਨ, ਤੇ ਉਹ ਬਾਡੀ ਕਿੱਥੇ ਪਈ ਆ। ਹਾਂ ਬੇਟਾ, ਉਹ ਬਾਡੀ ਕਿਤੇ ਵੀ ਪਈ ਹੋ ਸਕਦੀ ਆ ਸਪੇਸ ਦੇ ਵਿੱਚ। ਯੈਸ, those vector which help us to find the position of the body in space, that vectors are called position vector। ਬੇਟਾ ਇਹਨਾਂ ਵੈਕਟਰਾਂ ਨੂੰ ਹੀ position vector ਕਿਹਾ ਜਾਂਦਾ ਹੈ। ਸੋ ਬੇਟਾ ਹੁਣ ਆਪਣਾ ਅਗਲਾ ਸਵਾਲ ਹੈ, ਵੈਕਟਰ ਕੀ ਹੈ ਬੇਟਾ? ਵੈਕਟਰ ਇੱਕ ਮੈਥਮੈਟੀਕਲ ਟੂਲ ਹੈ, ਇਹ ਮੈਥਮੈਟਿਕਸ ਦੀ ਸਟੱਡੀ ਚ ਵੀ ਉੱਭਰ ਕੇ ਬਾਹਰ ਆਇਆ ਵਾ। ਠੀਕ ਹੈ, ਹੁਣ ਆਪਾਂ ਦੇਖਾਂਗੇ ਕਿ ਇਹ ਪੋਜੀਸ਼ਨ ਵੈਕਟਰ ਨੂੰ ਆਪਾਂ ਅਪਲਾਈ ਕਿਵੇਂ ਕਰਨਾ, ਇਹਨੂੰ ਯੂਜ਼ ਕਿਵੇਂ ਕਰਨਾ ਵਾ। ਠੀਕ ਹੈ, ਹਾਂਜੀ, ਆਪਾਂ ਨੂੰ ਪੋਜੀਸ਼ਨ ਵੈਕਟਰ ਦੇ ਲਈ ਕਿੰਨਾ ਕਿੰਨਾ ਚੀਜ਼ ਦੀ ਜ਼ਰੂਰਤ ਆ। ਮਤਲਬ ਇੱਕ ਸਬਜ਼ੀ ਨੂੰ ਬਣਾਉਣ ਲਈ ਆਪਾਂ ਨੂੰ ਇਨਗਰੀਡੀਐਂਟ ਦੀ ਜ਼ਰੂਰਤ ਹੁੰਦੀ ਹੈ ਨਾ, ਉਸੇ ਤਰ੍ਹਾਂ ਪੋਜੀਸ਼ਨ ਵੈਕਟਰ ਨੂੰ ਬਣਾਉਣ ਦੇ ਲਈ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਆ, ਮਤਲਬ ਟੂਲਸ ਦੀ ਜ਼ਰੂਰਤ ਆ। 1 ਬਾਏ 1 ਡਿਸਕਸ ਕਰਦੇ ਹਾਂ। ਹਾਂਜੀ, ਪੋਜੀਸ਼ਨ ਵੈਕਟਰ ਦੀ ਸਟੱਡੀ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵਾ ਕੋਆਰਡੀਨੇਟ ਸਿਸਟਮ। ਹਾਂ ਬੇਟਾ, ਇਹ ਕੋਆਰਡੀਨੇਸ਼ਨ ਸਿਸਟਮ ਜਿਹੜਾ ਉਹ 3D ਵੀ ਹੋ ਸਕਦਾ ਤੇ ਉਹ 2D ਵੀ ਹੋ ਸਕਦਾ। ਤੇ ਕੋਆਰਡੀਨੇਟ ਸਿਸਟਮ ਬਾਰੇ ਬੇਟਾ ਆਪਾਂ +1 ਚ ਸਟੱਡੀ ਕੀਤਾ ਸੀ। ਕੋਆਰਡੀਨੇਟ ਸਿਸਟਮ ਉਹ ਹੁੰਦੇ ਆ ਜੋ ਕਿਸੇ ਬਾਡੀ ਦੀ ਪੋਜੀਸ਼ਨ ਨੂੰ ਦੱਸਣ ਚ ਹੈਲਪ ਕਰਦੇ ਆ ਕਿ ਉਹ ਸਪੇਸ ਚ ਕਿੱਥੇ ਪਏ ਨੇ। ਤੇ 3D ਕੋਆਰਡੀਨੇਟ ਸਿਸਟਮ ਕਿਸ ਤਰ੍ਹਾਂ ਦਿੰਦਾ ਹੁੰਦਾ ਬੇਟਾ? ਇਸ ਤਰ੍ਹਾਂ, ਪੁਆਇੰਟ O ਜੋ ਕਿ ਇੱਕ origin ਹੈ, X Y ਤੇ Z, ਇਸ ਨੂੰ ਬੇਟਾ ਆਪਾਂ ਰੂਮ ਦੇ 3 ਖੁੰਝਿਆਂ ਦੀ ਤਰ੍ਹਾਂ ਲੈ ਸਕਦੇ ਹਾਂ। ਆਹ ਪੁਆਇੰਟ O ਲੈ ਲਓ, ਇਸ ਨੂੰ ਬੇਟਾ X ਲੈ ਲਓ, ਇਸ ਨੂੰ ਬੇਟਾ Y ਲੈ ਲਓ, ਇਸ ਨੂੰ ਬੇਟਾ Z ਲੈ ਲਓ। ਇਹ ਇੱਕ 3 ਡਾਇਮੈਂਸ਼ਨਲ ਕੋਆਰਡੀਨੇਟ ਸਿਸਟਮ ਬਣ ਚੁੱਕਿਆ ਵਾ। ਹੁਣ ਬੇਟਾ ਆਪਾਂ 2D ਦੀ ਐਗਜ਼ਾਮਪਲ ਨੇ। 2D ਵਿੱਚ ਸਿਰਫ 2 ਹੀ ਕੋਆਰਡੀਨੇਟ ਹੋਣਗੇ, ਇੱਕ ਬੇਟਾ X ਲੈ ਲਓ, ਇੱਕ Y ਲੈ ਲਓ, ਇੱਕ ਲੈਂਥ ਲੈ ਲਓ, ਇੱਕ ਬ੍ਰੈਡਥ ਲੈ ਲਓ। ਹਾਂ ਬੇਟਾ, ਇਹ ਜੋ ਕੋਆਰਡੀਨੇਟ ਸਿਸਟਮ ਸੈਕੰਡ ਐਗਜ਼ਾਮਪਲ ਆ, ਇਹ ਬੇਟਾ 2D ਦੀ ਆ। ਜੋ ਮੈਂ ਪਹਿਲਾਂ ਲਈ ਆ ਉਹ ਬੇਟਾ ਕਿਹਦੀ ਆ? ਉਹ ਹੈਗੀ ਆ 3D ਦੀ। ਯਾਨੀ ਕਿ ਪੋਜੀਸ਼ਨ ਵੈਕਟਰ ਦੇ ਲਈ ਤੁਹਾਡੇ ਕੋਲ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਵਾ? ਤੁਹਾਡੇ ਕੋਲ ਹੋਣਾ ਚਾਹੀਦਾ ਕੋਆਰਡੀਨੇਟ ਸਿਸਟਮ, ਚਾਹੇ ਬੇਟਾ ਉਹ 2D ਹੋਵੇ ਚਾਹੇ ਉਹ 3D ਹੋਵੇ। ਹੁਣ ਬੇਟਾ ਸੈਕੰਡ ਚੀਜ਼ ਕੀ ਆ ਜੋ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਜੀਸ਼ਨ ਵੈਕਟਰ ਦੇ ਲਈ? ਉਹ ਹੈ ਬੇਟਾ ਕੋਆਰਡੀਨੇਟਸ। ਤੇ ਇਹ ਕੋਆਰਡੀਨੇਟ ਦਾ ਕਨਸੈਪਟ ਕਿੱਥੋਂ ਆਇਆ ਬੇਟਾ? ਕੋਆਰਡੀਨੇਟ ਦਾ ਕਨਸੈਪਟ ਆਇਆ ਮੈਥਮੈਟਿਕਸ ਵਿੱਚੋਂ ਹੀ। ਤੇ ਜੋ ਆਪਾਂ 10th ਕਲਾਸ ਦੇ ਵਿੱਚ ਪਿੱਛੇ ਜਾ ਕੇ ਚੈਪਟਰ ਪੜ੍ਹਦੇ ਹੁੰਦੇ ਆ, ਡਿਸਟੈਂਸ ਫਾਈਂਡ ਆਊਟ ਕਰਨਾ 2 ਪੁਆਇੰਟਾਂ ਵਿਚਕਾਰ। ਹਾਂ ਬੇਟਾ, ਉਹੀ ਟੌਪਿਕ ਆ ਕੋਆਰਡੀਨੇਟਸ ਦਾ। ਤੇ ਕੋਆਰਡੀਨੇਟ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹੁੰਦੇ ਆ? X Y and Z ਦੇ ਨਾਲ। ਐਗਜ਼ਾਮਪਲ ਦੇ ਤੌਰ ਤੇ ਬੇਟਾ ਮੰਨ ਲਓ ਤੁਹਾਡੇ ਕੋਲ 3 ਡਾਇਮੈਂਸ਼ਨਲ ਇੱਕ ਕੋਆਰਡੀਨੇਟ ਸਿਸਟਮ ਆ, X Y ਤੇ Z। ਇੱਥੇ ਮੰਨ ਲਓ ਬੇਟਾ ਕੋਈ ਪੁਆਇੰਟ ਪਿਆ ਵਾ, ਪੁਆਇੰਟ P ਪੋਜੀਸ਼ਨ ਤੇ ਪਿਆ ਵਾ। ਹੁਣ ਆਪਾਂ ਦੇਖਾਂਗੇ ਕਿ ਇਹ X ਤੋਂ ਕਿੰਨੀ ਦੂਰੀ ਤੇ ਆ। ਇੱਥੋਂ ਪੁਆਇੰਟ ਖਿੱਚ ਦੋ ਬੇਟਾ, ਇੱਥੇ ਜੁਆਇਨ ਕਰ ਦੋ, ਇੱਥੇ ਜੁਆਇਨ ਕਰ ਦੋ, ਇੱਥੇ ਜੁਆਇਨ ਕਰ ਦੋ। ਆਪਾਂ ਦੇਖਾਂਗੇ ਕਿ X ਤੋਂ ਕਿੰਨੀ ਦੂਰੀ ਤੇ ਆ। ਹਾਂ ਬੇਟਾ, ਇਹ X ਤੋਂ ਕਿੰਨੀ ਦੂਰੀ ਤੇ ਆ? X ਤੋਂ ਦੂਰੀ ਤੇ ਇੰਨੀ ਤੇ ਆ ਬੇਟਾ, ਦੇਖੋ ਸਾਈਡ ਤੇ, ਮਤਲਬ ਇਹ 5 ਮੀਟਰ X ਤੋਂ ਪਿਆ ਵਾ ਤੇ Y ਤੋਂ ਬੇਟਾ 7 ਮੀਟਰ ਪਿਆ ਵਾ, Z ਵੱਲ ਕਿੰਨਾ ਪਿਆ ਵਾ? 6 ਮੀਟਰ। ਯਾਨੀ ਇਹਦੇ ਕੋਆਰਡੀਨੇਟ ਕੀ ਬਣ ਗਏ? X ਵਿੱਚ 5, Y ਵਿੱਚ 7 ਤੇ Z ਦੇ ਵਿੱਚ 6। ਹਾਂ ਬੇਟਾ, 5 7 6 are the coordinate of this point which is placed in the space in 3-dimensional coordinate system। ਹਾਂ ਬੇਟਾ, ਇਹ 2 ਟੂਲਸ ਨੇ ਜਿਹੜੇ ਸਾਨੂੰ ਚਾਹੀਦੇ ਨੇ ਕਿਹਦੀ ਸਟੱਡੀ ਕਰਨ ਦੇ ਲਈ? ਪੋਜੀਸ਼ਨ ਵੈਕਟਰ ਦੀ ਸਟੱਡੀ ਕਰਨ ਦੇ ਲਈ। ਹੁਣ ਬੇਟਾ ਆਪਣਾ ਸਵਾਲ ਆ ਕਿ ਇਹ ਆਪਣੇ ਇਲੈਕਟ੍ਰੋਸਟੈਟਿਕ ਦੇ ਵਿੱਚ ਕੀ ਰੋਲ ਪਲੇ ਕਰਦੇ ਆ? ਹਾਂਜੀ ਬੇਟਾ, ਇਨ ਇਲੈਕਟ੍ਰੋਸਟੈਟਿਕ
the position vector plays very important role to find the exact position of the charges in space when they applied force on each other। बेटा मान लो स्पेस च चार्ज पे ने ते ਉਹ ਚਾਰਜ ਇੱਕ ਦੂਜੇ ਦੇ ਉੱਪਰ ਫੋਰਸ ਲਾ ਰਹੇ ਨੇ ਤੇ ਉਹਨਾਂ ਚਾਰਜਾਂ ਦੀ ਪੋਜੀਸ਼ਨ ਕੀ ਹੋਊਗੀ, ਉਹਨਾਂ ਪੋਜੀਸ਼ਨਸ ਨੂੰ ਲੱਭਣ ਦੇ ਲਈ ਬੇਟਾ ਅਸੀਂ ਯੂਜ਼ ਕਰਦੇ ਆ ਪੋਜੀਸ਼ਨ ਵੈਕਟਰ। ਸੋ ਬੇਟਾ ਇੱਥੋਂ ਹੀ ਨਿਕਲ ਕੇ ਆਇਆ ਆਪਣਾ ਅੱਜ ਦਾ ਟੌਪਿਕ। ਆਪਣਾ ਅੱਜ ਦਾ ਟੌਪਿਕ ਉਹ ਹੈ the force between 2 point charges in term of their position vectors। हाँ बेटा ਹੁਣ ਬੇਟਾ ਜੋ ਮੈਂ ਟੌਪਿਕ ਕਰ ਲੱਗਿਆ ਨਾ ਬੋਰਡ ਦੇ ਉੱਪਰ, ਪਲੀਜ਼ ਇਹਨੂੰ ਬਹੁਤ ਜ਼ਿਆਦਾ ਗੌਰ ਦੇ ਨਾਲ ਸਮਝਿਓ, ਕਿਉਂਕਿ ਹੁਣ ਤੋਂ ਬਾਅਦ ਮੈਂ ਟੌਪਿਕ ਨੂੰ ਬਹੁਤ ਹੀ ਜ਼ਿਆਦਾ ਡਿਟੇਲ 'ਚ ਸਿੰਪਲੀਫਾਈ ਕਰੂੰਗਾ, ਬਿਲਕੁਲ ਖੋਲ ਕੇ ਰੱਖ ਦੂੰਗਾ ਬੇਟਾ ਟੌਪਿਕ ਨੂੰ, ਤੇ ਤੁਸੀਂ ਕੱਲੇ ਕੱਲੇ ਅੱਖਰ ਨੂੰ ਸਮਝਿਓ ਉਹਦਾ ਮੀਨਿੰਗ ਕੀ ਆ। ਕੱਲੇ ਕੱਲੇ ਜੋ ਆਪਾਂ ਆਰਟੀਕਲ ਸੋਲਵ ਕਰਾਂਗੇ ਉਹ 'ਚ ਕੱਲੇ ਕੱਲੇ ਅੱਖਰ ਦਾ ਮੀਨਿੰਗ ਕੀ ਬਣੂਗਾ ਨਾ, ਉਹਨੂੰ ਬੜੀ ਡਿਟੇਲ 'ਚ ਸਮਝਿਓ। ਠੀਕ ਹੈ ਜੀ, ਹੁਣ ਪੂਰਾ ਫੋਕਸ ਪਾਉਣਾ। ਮੰਨ ਲਓ ਜੀ ਤੁਹਾਡੇ ਕੋਲ ਹੈਗਾ ਇੱਕ ਕੋਆਰਡੀਨੇਟ ਫਰੇਮ ਜਿਹਦੀ ਆਪਾਂ ਗੱਲ ਕੀਤੀ ਸੀ ਇਧਰ, ਕੋਆਰਡੀਨੇਟ ਸਿਸਟਮ। ਹਾਂਜੀ, ਆਪਾਂ ਇੱਕ 3 ਡਾਇਮੈਂਸ਼ਨਲ ਕੋਆਰਡੀਨੇਟ ਸਿਸਟਮ ਲੈਨੇ ਆ, ਉਹਦਾ ਨਾਮ ਕੀ ਆ OXYZ। ਜੋ ਬੇਟਾ ਮੈਂ ਇੱਥੇ ਬਣਾਇਆ OXY ਐਂਡ Z, ਆਪਾਂ ਬੇਟਾ ਇੱਥੇ ਇੱਕ ਕੋਆਰਡੀਨੇਟ ਸਿਸਟਮ ਲਿਆ ਵਾ OXYZ। ਠੀਕ ਹੈ ਜੀ, ਹੁਣ OXYZ ਦੇ ਵਿੱਚ ਆਪਾਂ ਪੁਆਇੰਟ A ਦੇ ਉੱਪਰ ਕਿਹਨੂੰ ਪਲੇਸ ਕੀਤਾ ਬੇਟਾ, ਆਪਾਂ ਪਲੇਸ ਕੀਤਾ ਵਾ ਚਾਰਜ Q1 ਨੂੰ। ਯੈਸ, ਆਪਾਂ ਪੁਆਇੰਟ A ਦੇ ਉੱਪਰ Q1 ਨੂੰ ਪਲੇਸ ਕਰਾਂਗੇ। ਲਓ ਜੀ, ਆ ਸਾਡਾ ਸਮਾਈਲੀ ਦਿੰਦਾ ਹੋਇਆ ਚਾਰਜ Q1, ਇਹਨੂੰ ਆਪਾਂ ਪੁਆਇੰਟ A ਤੇ ਪਲੇਸ ਕਰਨਾ। ਹਾਂ ਬੇਟਾ, ਸਾਡਾ ਪੁਆਇੰਟ A ਕਿੱਥੇ ਆ, ਸਾਡਾ ਪੁਆਇੰਟ ਹੈ A ਉਰੇ, ਤੇ ਆ ਜੀ ਇੱਥੇ ਕੀ ਕਰਤਾ ਸੀ, ਇਹਨੂੰ ਪਲੇਸ ਕਰ ਦਿੱਤਾ। ਲਓ ਜੀ, ਇਸੇ ਤਰ੍ਹਾਂ ਸਾਡੇ ਕੋਲ ਇੱਕ ਦੂਸਰਾ ਚਾਰਜ ਆ ਬੇਟਾ, ਦੂਸਰਾ ਚਾਰਜ ਹੈ Q2, ਜੋ ਅਸੀਂ ਕਿੱਥੇ ਰੱਖਿਆ, ਉਹ ਅਸੀਂ ਰੱਖਿਆ ਪੁਆਇੰਟ B ਦੇ ਉੱਪਰ। ਤੇ ਪੁਆਇੰਟ B ਕਿੱਥੇ ਆ ਬੇਟਾ, ਪੁਆਇੰਟ B ਹੈ ਉਰੇ, ਅਸੀਂ ਪੁਆਇੰਟ B ਦੇ ਉੱਪਰ ਚਾਰਜ Q2 ਨੂੰ ਪਲੇਸ ਕਰਤਾ। ਲਓ ਜੀ, 1 by 1 ਫੋਲੋ ਕਰੀ ਜਾਵਾਂਗੇ ਜੋ ਕਹਿਣਗੇ। ਉਹ ਤੋਂ ਬਾਅਦ ਕੀ ਕਹਿੰਦੇ, ਕਹਿੰਦੇ whose position vectors are, OA ਦਾ ਪੋਜੀਸ਼ਨ। ਹਾਂ ਬੇਟਾ, ਹੁਣ ਪੋਜੀਸ਼ਨ ਵੈਕਟਰ ਦੀ ਗੱਲ ਕਰਨੀ ਹੈ। ਯੈਸ, ਹਾਂਜੀ, OA ਇੱਕ ਪੋਜੀਸ਼ਨ ਵੈਕਟਰ ਆ ਜਿਹਨੂੰ ਕਿਹਦਾ ਰਿਪਰੈਜ਼ੈਂਟ ਕੀਤਾ ਜਾਂਦਾ ਵਾ, R1 ਦੇ ਨਾਲ। ਹਾਂ ਬੇਟਾ, OA ਕਿੱਥੇ ਆ, ਉਹ ਹੈ OA ਹੈ ਆ ਵਾਲਾ OA। ਇਹ ਨਾ ਪੋਜੀਸ਼ਨ ਨੂੰ ਬੇਟਾ ਡਿਸਕ੍ਰਾਈਬ ਕੌਣ ਕਰੂਗਾ, ਇੱਕ ਵੈਕਟਰ, ਜਿਸ ਨੂੰ ਆਪਾਂ ਕੀ ਕਹਿੰਦੇ ਆ R1। ਲਓ ਜੀ, OA R1 ਵੈਕਟਰ ਆ। ਇसी ਤਰ੍ਹਾਂ ਬੇਟਾ ਦੂਸਰਾ ਪੋਜੀਸ਼ਨ ਵੈਕਟਰ ਕੌਣ ਆ, ਉਹ ਹੈ OB। OB ਨੂੰ ਕਿਹਦਾ ਰਿਪਰੈਜ਼ੈਂਟ ਕਰਨਾ, R2, ਤੇ OB ਕੌਣ ਆ ਹੈ ਬੇਟਾ OB, ਤੇ ਇਸ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਵਾ R2 ਦੇ ਨਾਲ। ਹਾਂ ਬੇਟਾ, ਪੁਆਇੰਟ 1 by 1 ਸਮਝੀ ਚੱਲਿਓ ਤੇ ਡਰਾ ਕਰਦੇ ਜਾਓ ਨਾਲ ਦੀ ਨਾਲ। ਠੀਕ ਹੈ ਜੀ, ਹੁਣ ਉਹ ਤੋਂ ਬਾਅਦ ਕੀ ਕਹਿੰਦੇ, ਕਹਿੰਦੇ ਜੁਆਇਨ ਦਾ 2 ਚਾਰजेस Q1 ਐਂਡ Q2 ਵਿਦ ਅ ਸਟ੍ਰੇਟ ਲਾਈਨ। ਕਹਿੰਦੇ ਤੁਸੀਂ Q1 ਤੇ Q2 ਨੂੰ ਸਟ੍ਰੇਟ ਲਾਈਨ ਦੇ ਨਾਲ ਜੁਆਇਨ ਕਰ ਦਿਓ। ਲਓ ਜੀ, ਮੈਂ Q1 ਤੇ Q2 ਨੂੰ ਇੱਕ ਸਟ੍ਰੇਟ ਲਾਈਨ ਦੇ ਨਾਲ ਬੇਟਾ ਕੀ ਕਰਤਾ, ਸਟ੍ਰੇਟ ਲਾਈਨ ਦੇ ਨਾਲ ਜੁਆਇਨ ਕਰਤਾ। ਠੀਕ ਹੈ ਜੀ, ਚਲੋ ਜੀ, ਹੁਣ ਨੈਕਸਟ ਤੇ ਆਖਰੀ ਪੁਆਇੰਟ ਕੀ ਆ, ਮੰਨ ਲਓ ਕਿ Q1 ਤੇ Q2 ਵਿਚਕਾਰ ਜੋ ਡਿਸਟੈਂਸ ਆ, ਉਹ ਡਿਸਟੈਂਸ ਕਿੰਨੀ ਆ ਬੇਟਾ, ਉਹ ਡਿਸਟੈਂਸ ਹੈ R, ਤੇ ਆ ਵੀ ਆ ਬੇਟਾ Q1 ਤੇ Q2 ਵਿਚਕਾਰ ਡਿਸਟੈਂਸ, ਜਿਸ ਨੂੰ ਮੈਂ R ਨਾਲ ਰਿਪਰੈਜ਼ੈਂਟ ਕਰ ਰਿਹਾ ਹਾਂ। ਹਾਂ ਬੇਟਾ, R ਆਪਾਂ ਕੀ ਮੰਨੀ ਆ, Q1 ਤੇ Q2 ਵਿਚਕਾਰ ਦੂਰੀ ਆ। ਸੋ R ਬੇਟਾ ਦੱਸ ਦਈਏ, R ਸਿਰਫ ਸਾਨੂੰ ਦੱਸਦਾ ਵਾ ਡਿਸਟੈਂਸ ਦੇ ਬਾਰੇ। ਇੱਥੇ ਬੇਟਾ ਆਪਣੇ ਕੋਲ ਡਾਇਰੈਕਸ਼ਨ ਦਾ ਕੋਈ ਕਨਸੈਪਟ ਨਹੀਂ ਹੈ, ਸਾਨੂੰ R ਡਾਇਰੈਕਸ਼ਨ ਬਾਰੇ ਕੋਈ ਨੌਲੇਜ ਨਹੀਂ ਦੇ ਰਹੀ, ਸਿਰਫ ਮੈਗਨੀਟਿਊਡ ਬਾਰੇ ਨੌਲੇਜ ਦੇ ਰਹੀ ਆ ਕਿ ਕਿੰਨੀ ਡਿਸਟੈਂਸ ਆ। ਯਾਨੀ ਕਿ ਬੇਟਾ ਜੋ ਆਪਣੀ R ਆ, R ਰਿਪਰੈਜ਼ੈਂਟ ਕਰਦੀ ਆ ਮੈਗਨੀਟਿਊਡ ਨੂੰ। ਇਹ ਚੀਜ਼ ਨੂੰ ਬੇਟਾ ਨੋਟ ਕਰ ਲਓ, ਇਹ ਇੱਕ ਇੰਪੋਰਟੈਂਟ ਚੀਜ਼ ਹੈ ਜਿਹਨੂੰ ਅਸੀਂ ਅੱਗੇ ਜਾ ਕੇ ਐਕਸਪਲੋਰ ਕਰਾਂਗੇ। ਚਲੋ ਜੀ, ਹੁਣ ਬੇਟਾ ਜੋ ਇਹ ਕੋਆਰਡੀਨੇਟ ਸਿਸਟਮ ਹੈ ਤੁਹਾਨੂੰ ਦਿਖਾਇਆ ਵਾ ਕਿ 2 ਚਾਰਜ ਪਏ ਨੇ ਪੁਆਇੰਟ A B ਤੇ, ਇਹ ਰੀਅਲ ਲਾਈਫ 'ਚ ਬੇਟਾ ਕਿਵੇਂ ਵਿਜ਼ੂਅਲਾਈਜ਼ ਹੋਣਗੇ, ਇਸ ਦੇ ਲਈ ਮੈਂ ਤੁਹਾਡੇ ਲਈ ਇੱਕ ਟਵਿਸਟ, ਇੱਕ ਸਰਪ੍ਰਾਈਜ਼ ਸੀ। ਉਹ ਸਰਪ੍ਰਾਈਜ਼ ਕੀ ਹੈ ਬੇਟਾ, ਸਰਪ੍ਰਾਈਜ਼ ਹੈ ਇੱਕ ਮਾਡਲ। ਇਹ ਮਾਡਲ ਦੀ ਹੈਲਪ ਰਾਹੀਂ ਬੇਟਾ ਹੁਣ ਤੁਹਾਨੂੰ ਮੈਂ ਸਭ ਚੀਜ਼ਾਂ ਵਿਜ਼ੂਅਲਾਈਜ਼ ਕਰਾਉਂਗਾ ਕਿ ਇਹ ਕਿਵੇਂ ਆ। ਦੇਖੋ ਬੇਟਾ, ਇਸ ਮਾਡਲ ਵਿੱਚ ਦੇਖੋ ਤੁਸੀਂ, ਤੁਹਾਡੇ ਕੋਲ ਇੱਕ ਬਾਕਸ ਆ, ਇਹ ਬਾਕਸ ਬੇਟਾ ਕਿਹਨੂੰ ਰਿਪਰੈਜ਼ੈਂਟ ਕਰਦਾ, ਇਹ ਬਾਕਸ ਰਿਪਰੈਜ਼ੈਂਟ ਕਰਦਾ 3 ਡਾਇਮੈਂਸ਼ਨਲ ਕੋਆਰਡੀਨੇਟ ਸਿਸਟਮ ਨੂੰ, ਜਿਹਦੇ ਵਿੱਚ ਬੇਟਾ ਜੋ ਆਹ ਵਾਲਾ ਐਕਸਿਸ ਆ ਉਹ x ਐਕਸਿਸ ਆ, ਇਧਰਲਾ ਐਕਸਿਸ ਬੇਟਾ y ਆ, ਤੇ ਉੱਪਰਲਾ ਕੀ ਆ ਬੇਟਾ z ਆ।
इस दे विच बेटा जो आला दुआला दिखा रहे एक्स वाई जेड सारी स्पेस है ना, इसनों बेटा आप बोलते हैं फ्री स्पेस कह लो। हुण इस स्पेस दे विच बेटा अपने कोल की पे ने, इस तरह स्पेस दे विच बेटा अपने कोल पे ने दो चार्ज, ये बेटा ओ आ ओरिजिन, इथों बेटा चार्ज Q1 पिया वा उरे जो जिहदी पोजीशन हैगी आ ए, दूसरा चार्ज पिया बेटा उरे जिहदी पोजीशन हैगी आ बी, उरे तो लैके उरे तक जो बेटा पोजीशन नूं डिस्क्राइब कर रहा Q1 दी वो वैक्टर का नाम हैगा वा R1, ते जो पोजीशन Q2 नूं डिस्क्राइब कर रहा बेटा वो हैगा वा R2। फिर मैं की कीता सीगा एक स्ट्रेट लाइन दे नाल Q1 ते Q2 नूं ज्वाइन करता, आ बेटा वो स्ट्रेट लाइन आ, ते स्ट्रेट लाइन डिस्टेंस कितनी है बेटा, स्ट्रेट लाइन डिस्टेंस हैगी आ Q1 ते Q2 विचकार वो हैगी आ बेटा R, R रिप्रेजेंट्स द डिस्टेंस बिटवीन Q1 एंड Q2। हुण बेटा देखांगे कि ਜਿਹੜੇ ਇਹ ਚਾਰਜ ਨੇ ਇੱਕ ਦੂਜੇ ਤੇ ਫੋਰਸ ਲਾਉਂਦੇ ਆ ਤੇ ਕਿਸ ਤਰ੍ਹਾਂ ਪੋਜੀਸ਼ਨ ਵੈਕਟਰ ਦਾ ਕਨਸੈਪਟ ਇੱਥੇ ਨਿਕਲ ਕੇ ਆਉਂਦਾ ਆਪਾਂ ਦੇਖਦੇ ਹਾਂ ਜੀ, ਠੀਕ ਹੈ ਜੀ। ਹੁਣ ਮੰਨ ਲਓ ਜੋ बेटा फोर्स लग रही है, फोर्स किहदे उपर लग रही है, हाँ जी बेटा फोर्स लग रही है चार्ज Q1 दे उपर, हाँ जी ऑन मतलब किहदे उपर लग रही है, Q1 दे उपर फोर्स लग रही है, किहदे करके Q2 दे करके, हाँ बेटा Q2 फोर्स ला रहा मतलब आ वाला चार्ज ਇਹਦੇ ਉੱਪਰ फोर्स ला रहा मतलब थल्ले तो उपर वाल ਨੂੰ फोर्स ला रही है। मान लो बेटा दोनों फोर्सेस रिपल्सिव ने, दोनों चार्ज मान लो सेम है, लेट कर लो कि रिपल्सिव फोर्स है, यानी कि Q1 ਦੇ ਉੱਪਰ Q2 की लगा रहा बेटा फोर्स ला रहा वा, तो फोर्स किवें लगूगी देखो, आ लो जी बेटा आ वा चार्ज Q2, आ है चार्ज Q1 ते Q2 Q1 के उपर की ला रहा फोर्स, जो फोर्स किहड़े पासे नूं बेटा लैफ्ट हैंड साइड नूं, सो फोर्स लग रही है 1 दे उपर किहदे करके 2 करके, इस करके बेटा आप की लिखिया F12, इहदा मतलब आ कि 1 दे उपर 2 फोर्स ला रहा वा, ठीक है बे, तो फोर्स कितनी होगी बेटा, फोर्स होगी मॉड F12 इज इक्वल टू 1/4 पाई एप्सिलॉन नॉट Q1 Q2 अपॉन R स्क्वायर। ਹੁਣ ਤੁਸੀਂ ਦੇਖੋਗੇ बेटा फोर्स ਦੇ ਮੂਰੇ मैं ਮੋਡ ਪਾਇਆ, ਮੋਡ ਦਾ ਮਤਲਬ ਕੀ ਆ, ਮੋਡ ਦਾ ਮਤਲਬ ਆ ਕਿ ਇੱਥੇ बेटा ਅਸੀਂ ਸਿਰਫ ਕਿਹਦੀ ਗੱਲ ਕਰਦੇ ਆਂ, ਅਸੀਂ ਗੱਲ ਕਰਦੇ ਆਂ बेटा ਸਿਰਫ ਆਪਣੇ ਮੈਗਨੀਟਿਊਡ ਦੀ। ਯੈਸ ਇੱਥੇ बेटा ਆਪਣੇ ਕੋਲ डायरेक्शन ਦਾ ਕੋਈ ਕਨਸੈਪਟ ਨਹੀਂ ਹੈ, ਅਸੀਂ ਇੱਥੇ डायरेक्शन नहीं ਲਈ ਹਜੇ, मतलब ਆਪਾਂ ਕਿਹੜੀ ਫਾਰਮ ਚ, ਹਾਂ बेटा ਅਸੀਂ ਇੱਥੇ ਹੈਗੇ ਆ ਸਕੇਲਰ ਫਾਰਮ ਚ, ਤੇ डायरेक्शन ਦਾ ਕਨਸੈਪਟ ਤਾਂ ਆਪਾਂ ਨੂੰ ਲੈ ਕੇ ਆਉਣਾ ਪਊ, ਕਿਉਂਕਿ ਜੋ ਫੋਰਸ ਲੱਗ ਰਹੀ ਆ ਉਹ Q2 ਤੋਂ Q1 ਵੱਲ ਲੱਗ ਰਹੀ ਹੈ, मतलब डायरेक्शन ਤਾਂ ਆ ਰਹੀ ਹੈ, ਤਾਂ डायरेक्शन ਦਾ ਕਨਸੈਪਟ ਕੀ ਹੈ बेटा, ਆਪ ਦੇਖੋ Q2 Q1 ਦੇ ਉੱਪਰ ਫੋਰਸ ਲਾ ਰਿਹਾ, Q1 ਹੈਪੀ ਹੋਈ ਦੇ ਉੱਪਰ ਲੱਗ ਰਹੀ ਹੈ, Q2 ਸਾਈਡ ਵਾਲੇ ਨੂੰ ਜ਼ੋਰ ਲਾਉਣਾ ਪੈ ਰਿਹਾ, हाँ बेटा फोर्स लग रही है 2 तो 1 वाल, पोजीशन किधर तो किधर वाला, पोजीशन पॉइंट फ्रॉम Q2 तो Q1, इस करके बेटा पोजीशन वेक्टर की बनूंगा 2 तो 1, सो पोजीशन वेक्टर आ गया R कैप 2 1, जो कि बेटा एक पोजीशन वेक्टर है। सो अगली फॉर्म में मैं की कीता, इथे मैं एक पोजीशन वेक्टर लगाता बेटा नाल, आ लो R कैप 2 1 नु चक के मैं नाल लगाता, हाँ जी डायरेक्शन भी ऐड करती, डायरेक्शन ऐड होने करके आ मैग्नीट्यूड आ डायरेक्शन आ, हाँ बेटा हुणे स्केलर तो किहड़ी फॉर्म च आ चुके आ, हुणे स्केलर तो बेटा वेक्टर च आ चुकिया वा, इस करके बेटा मैं मॉड हटाते ते की आ चुके F12 वेक्टर 1/4 पाई एप्सिलॉन नॉट Q1 Q2 अपॉन R स्क्वायर R कैप 2 1, हाँ बेटा जिहड़ा R कैप 2 1 ना हुण एक यूनिट वेक्टर लग चुकिया, मतलब डायरेक्शन दा कांसेप्ट आ चुकिया वा। हाँ बेटा ਜਿਹੜਾ ਹੁਣ ਆਪਾਂ ਸਟੈਪ ਕਰਨ ਲੱਗੇ ਆ, ਇਹਨਾਂ ਸਟੈਪ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ, ਇਹਨੂੰ ਬੜੇ ਧਿਆਨ ਦੇ ਨਾਲ ਨੋਟ ਕਰਨਾ। ਇਹ ਸਟੈਪ ਚੋਂ ਬੇਟਾ ਬਹੁਤ ਵੱਡਾ ਇੱਕ ਮਤਲਬ ਨਿਕਲ ਕੇ मीनिंग ਨਿਕਲ ਕੇ ਆਊਗਾ, ਉਹ मीनिंग ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਹਾਂ बेटा अगले स्टैप, ਇਹ ਸਟੈਪ ਦੀ ਗੱਲ ਕਰ ਰਹੇ ਹਾਂ, ਇਹਨੂੰ ਨੋਟ ਕਰਿਓ। ਹੁਣ फोर्स 1 2 1/4 पाई एप्सिलॉन नॉट Q1 Q2 अपॉन R स्क्वायर। ਹੁਣ बेटा ਇੱਕ ਐਡੀਸ਼ਨਲ ਸਟੈਪ ਕਰਨਾ, ਐਡੀਸ਼ਨਲ ਸਟੈਪ ਕੀ ਆ कि तुसी बेटा R ਦੇ ਨਾਲ ਹੀ ਮਲਟੀਪਲਾਈ ਕਰ ਦੋ ਤੇ R ਦੇ ਨਾਲ ਹੀ ਕੀ ਕਰ ਦੋ ਡਿਵਾਈਡ। हाँ बेटा नोट करो, इथे मैं R ਦੇ ਨਾਲ ਹੀ ਮਲਟੀਪਲਾਈ ਕਰਤਾ ਤੇ R ਦੇ ਨਾਲ ਹੀ ਡਿਵਾਈਡ ਕਰਤਾ, ਥੱਲੇ R ਦੇ ਨਾਲ ਡਿਵਾਈਡ ਕਰਨ ਦੇ ਨਾਲ बेटा ਹੋ ਕੀ ਗਿਆ, थले R स्केयर ना R मल्टीप्लाई हो थले की आ गया बेटा R दा क्यूब आ चुका, तो मैं ऑलरेडी दस चुके हैं कि R सिर्फ बेटा मैग्नीट्यूड नू रिप्रेजेंट करता वा। हुण तुहाडे दिमाग 'ਚ सवाल आ ही गया हो
कि एडिशनल स्टैप करन दी सानू की जरूरत सी, इहदा की परपस आ, की सिग्नीफिकेंस आ। हाँ बेटा हुण इहनू मैं समझाऊंगा कि क्यों आर लगाया गया ते इहदी की जरूरत सी। हाँ बेटा दी बहुत वड्डी जरूरत सी, ये जरूरत दे करके ही सानू इत्थे नाल आर लगाउणा पिया। हुण आर लगाउण नाल इत्थे की हो गया सानू समझाउणा बेटा। देखो हुण अगर मैं आर ना लगाउंदा तो अपने को सिर्फ की बचना सी, अपने को बचना सिर्फ आर कैप 21 ते आर कैप 21 की है बेटा, आर कैप 21 सिर्फ डायरेक्शन दसदा, मतलब ये यूनिट वैक्टर है ते यूनिट वैक्टर किहदे बराबर हुंदा। हाँ बेटा यूनिट वैक्टर हुंदा इक्वल टू वैक्टर डिवाइड बाय इट्स मैग्नीट्यूड, मतलब आर कैप यूनिट वैक्टर, वैक्टर मतलब आर वैक्टर, मैग्नीट्यूड मतलब कल्ली आर। अगर बेटा मैं आर नूं चक के आर कैप नाल मल्टीप्लाई कर दवां, इनू चक के मैं दूजे पासे ले ला, आही चीज बन जूगी। तो देखो बेटा दोने चीज़ां आपस दे विच मैच कर रही हैं, भावें 2-1 लिख दो थल्ले, कोई चक्कर नहीं है। हाँ बेटा देखो दोनों मैच कर रही हैं, यानी कि आर इंटू आर कैप 21 किहदे कोल आ चुकिया, ये बेटा किहदे कोल आ चुकिया, वैक्टर दे। यस अगर बेटा आपां यूनिट वैक्टर दे नाल मैग्नीट्यूड नू मल्टीप्लाई कर दे, दस्सिया सी ना आर की है बेटा, आर है मैग्नीट्यूड जो सिर्फ अमाउंट दी नॉलेज दिंदा डिस्टेंस दी। अगर बेटा मैग्नीट्यूड नू यूनिट वैक्टर नाल मल्टीप्लाई कर दिए वो किहदे बराबर हुंदा बेटा, वैक्टर दे। एक इंपॉर्टेंट स्टैप आ, वेरी इंपॉर्टेंट, इनू बेटा नोट करो। यस हाँ बेटा मैग्नीट्यूड नू यूनिट वैक्टर नाल मल्टीप्लाई कीता किहदे बराबर आ गया, वैक्टर, यानी कि इत्थे बेटा आर मल्टीप्लाई करन दे नाल ये दोनों चीज़ां मिलके की बन गईयां, हाँ बेटा ये वैक्टर बन गईयां। अपना परपस की सी इहदे नाल मल्टीप्लाई करन दा, परपस सी कि काज कन्वर्ट हो जाए वैक्टर दे विच। हुण अगला सवाल आ कि सानू वैक्टर बनाउण दी जरूरत क्यों पई, वाई वी नीड वैक्टर, सानू वैक्टर क्यों चाहिदा वा इत्थे। यस हाँ जी यही सवाल आ। हुण ये वैक्टर दा जवाब सानू दऊगा एक एडिशनल होर स्टैप। हाँ जी इत्थे आपां यूज करांगे बेटा ट्रायंगल लॉ ऑफ वैक्टर एडिशन। ते ट्रायंगल लॉ ऑफ वैक्टर एडिशन की कहंदा हुंदा वा कि ट्रायंगल दियां दो साइडां दा जोड़ ट्रायंगल दी तीजी साइड दे इक्वल हुंदा वा। नोट करो ट्रायंगल दियां दो साइडां दा जोड़ ट्रायंगल दी तीजी साइड दे बराबर हुंदा वा। हुण यही कॉन्सैप्ट नूं यूज करके आपां देखांगे कि यह वैक्टर टर्म यूज क्यों हुई। ठीक है जी हाँ भाई ਆਪਾਂ बेटा फोर्स ला रहे हैं कित्थों तो कित्थों वाल। हाँ बेटा फोर्स हुण ट्रिक याद रखियो बेटा, फोर्स Q1 दे उपर लग रही है ते कौन लगा रहा वा Q2। इस करके आपां बेटा हमेशा उधर वाल मूव करना हुंदा वा जिधरों फोर्स लग रही है, यानी कि आपां Q2 तो Q1 वाल जावांगे। ठीक है हुण स्टार्ट करांगे, देखियो हुण ध्यान नाल नोट करो कि किवें शुरू होऊगा, किवें आपां ट्रायंगल लॉ ऑफ वैक्टर एडिशन अप्लाई करना ते किवें वैक्टर दा कांसैप्ट यूज हो। हुण देखो बेटा सब तो पहला आपां ओरिजिन ते आ, मतलब O ते आ, मतलब उरे आ। आपां सब तो पहला O तो बेटा उधर जाना वा जिथों फोर्स लग रही है। फोर्स कौन ला रहा बेटा, फोर्स ला रहा वा Q2, किहदे उपर ला रहा Q1 दे उपर। सब तो पहला O तो Q2 वाल जाओ, O तो Q2, O तो Q2 मतलब O तो पॉइंट B ते गए। ठीक है जी फिर Q2 तो Q1 ते जाना, मतलब B तो A, क्योंकि Q1 कित्थे पिया बेटा, Q1 पिया वा A दे उपर, B दे उपर हैगा वा Q2, A दे उपर हैगा Q1। हाँ बेटा A तो दोबारा फिर कित्थे आ जाओ, दोबारा फिर आ जाओ O दे उपर। हाँ जी हुण आऊगा ट्रायंगल लॉ ऑफ वैक्टर एडिशन। वो की हुंदा वा, ट्रायंगल दियां तिन्ने साइडां दा जोड़ इक्वल, दोनों साइडां दा जोड़ हुंदा तीजी साइड दे बराबर। हाँ बेटा पहली साइड की आ OB वैक्टर प्लस B तो A, BA वैक्टर इक्वल टू थर्ड साइड की है बेटा AO या OA लिख सकते हो। हाँ बेटा अपने कोल हुण की हैगा देखो मैं ऑलरेडी लेट कर चुके हैं बेटा, OA दी वैल्यू R1 आ ते OB दी वैल्यू कितनी है R2। OA है R1, OB है R2, यानी कि साडे कोल OA भी हैगी है OB भी हैगी है। यस की नहीं है बेटा BA नहीं है, तो देखोगे बेटा BA किहदे इक्वल है बेटा R दे, तो ये देखोगे पर BA दे ऊपर की पाया है वेक्टर, पर बेटा R की है R मैग्नीट्यूड, मतलब R का बेटा स्केलर है, यानी कि आपां स्केलर नूं तां वेक्टर च ला नहीं सकदे।
ਤਾਂ ਹੀ ਬੇਟਾ ਆਪਾਂ ਫਿਰ ਇਸ ਸਕੇਲਰ ਨੂੰ ਕਾਹ ਚ ਬਦਲਿਆ, ਸਕੇਲਰ ਨੂੰ ਬਦਲਿਆ ਵੈਕਟਰ ਵਿੱਚ। ਕਿਵੇਂ ਬਦਲਿਆ ਜਾਊਗਾ, ਇਸ ਤਰ੍ਹਾਂ। ਜਦੋਂ ਬੇਟਾ ਆਪਾਂ ਮੈਗਨੀਟਿਊਡ मतलब स्केलर दे नाल किहनूं मल्टीप्लाई कर दी, डायरेक्शन मतलब यूनिट वैक्टर नाल मल्टीप्लाई कर दी, की बन जाऊगा वैक्टर। हाँ बेटा इत्थे फिर आपां की कीता, इस नूं वैक्टर च कन्वर्ट कीता तां कि असीं ओ बी ए दी वैल्यू नूं पुट कर सकीए। हाँ बेटा हुण जिहड़ा है आर इंटू आर कैप 2 1 जो वैक्टर बन चुकिया ना, हुण ये वैक्टर पता कौन आ, ये वैक्टर हैगा बी ए। इत्थे है ना बेटा आपां किहदी वैल्यू फाइंड आउट कीती, आपां बी ए दी वैल्यू कड्ढण दे लिए सारे जंजाल कीते गए। ये वैक्टर बनाने का परपस ही ये सी कि असीं काहदी वैल्यू कट सकीए, बी ए दी। हुण बेटा बी ए दी वैल्यू की होगी, मतलब आ वाली चीज कितनी होगी इन टर्म ऑफ वैक्टर, कितनी होगी बेटा, इहनूं चक के दूजे पासे ले आओ, आ प्लस दा इधर आके माइनस दा हो गया, तो बेटा बी ए दी वैल्यू कितनी आ गई, बी ए वैक्टर इज इक्वल टू ओ ए, आ प्लस दा के माइनस दा हो गया मतलब ओ बी। हाँ बेटा हुण वैल्यू कितनी आ चुकी है, ओ ए दी वैल्यू कितनी है R1 पुट कर दो, माइनस ओ बी दी वैल्यू कितनी है बेटा R2 पुट कर दो। हुण देखो बेटा R इंटू R कैप 2 1, अगर आप दोनों कट्ठियां नूं देखिए, कट्ठे दोनी बेटा की ने, ये दोनी हैगे ने वैक्टर, जिसनूं आपां की बोलदे हां बी ए, यानी कि ये बी ए वैक्टर दे इक्वल आ। ते कल्ली R किहनूं रिप्रेजेंट करदी है, मैग्नीट्यूड नूं, R कैप 2 1 किहनूं रिप्रेजेंट करदा, डायरेक्शन नूं। हाँ बेटा की होऊगा अगर आपां डायरेक्शन नूं इत्थों हटा दिए, मतलब डायरेक्शन वाली टर्म नूं कट दिए, तो सिर्फ की बचूगा, हाँ बेटा ये सिर्फ कल्ला मैग्नीट्यूड मतलब कल्ली आर बचूगी। ते आपां नूं पता बेटा मैग्नीट्यूड नूं रिप्रेजेंट करने दे लई आपां नूं की पाउणा पैंदा बेटा, आपां नूं पाउणा पैंदा मॉड। यस जो मैं इत्थे पाया, यानी कि आर दी वैल्यू कितनी आ चुकी है, आर दी वैल्यू आ R1 माइनस R2, साइड ते की लगाया बेटा मॉड। हाँ बेटा आपां आर दी वैल्यू कट चुके हैं। हाँ जी बेटा अपने को दो वैल्यूज ने इस समय, एक तो वैल्यू हैगी अपने को सिर्फ की दी, एक तो बेटा कट चुके हैं वैल्यू अपन मैग्नीट्यूड दी, ते दूसरी वैल्यू की दी आ, दूसरी वैल्यू है बेटा अपने को वैक्टर दी, ते वैक्टर दी वैल्यू कितनी आ R इंटू R कैप 1 सॉरी कितना 2 1। हाँ बेटा आ वैक्टर दी वैल्यू आ। हुण इत्थे आपां 1 बाय 1, हाँ बेटा इत्थे फिर मॉड भी हटा देंगे। हुण बेटा इत्थे वैल्यूज पुट करो, F1 to 1 upon 4 pi epsilon naught Q1 Q2। हाँ बेटा R कैप 2 1 दे नाल की लग्या होया R, इहदी वैल्यू बेटा आपां कितनी कड्ढी हुई है, वैक्टर दी वैल्यू कितनी है, मतलब BA दी वैल्यू कितनी है, BA दी वैल्यू हैगी है बेटा R1 माइनस R2। हाँ बेटा R1 माइनस R2, बेटा फिर मॉड नहीं हैगा, सिर्फ नॉर्मल आ वाली ब्रैकेट है, ठीक है, डिवाइड बाय। हाँ बेटा नीचे कौन है, नीचे हैगा R क्यूब, ते R क्यूब की है बेटा, R क्यूब है अपने कोल, R है मैग्नीट्यूड, ते R दी वैल्यू आपां कट चुकी हैं, कितनी है बेटा R1 माइनस R2 मॉड दे विच, तो मॉड विच R1 माइनस R2 सारे दी पावर कितनी है बेटा, सारे दी पावर कितनी होगी 3। दिस इज द बेटा the force between two charge in term of their position vectors। yes बेटा हुण यही चीज बेटा आपां उल्टा कर दांगे, जदों फोर्स किहदे उपर लगूगी, जदों बेटा फोर्स लगूगी 2 दे उपर किहदे करके, Q1 दे करके, फिर आपां किधरों चलांगे बेटा, फिर आपां चलांगे O तो Q1 वल, Q1 तो Q2 वल, फिर Q2 तो O वल। हाँ बेटा हमेशा उधर नूं तुरना वा जिधरों फोर्स दूजे चार ते लग रही है, Q1 ते Q2 ते लग रही है ना, इस करके फिर आपां O तो Q वल तुरांगे। पिछले केस दे विच फोर्स Q2 Q1 ते ला रहा सी, इस करके बेटा आपां O तो Q2 तो Q1 वल तुरे सी, ठीक है बेटा। सो हुण फोर्स लग रही है कि Q21 मतलब कि फोर्स लग रही है चार्ज नंबर 2 दे उपर, ते कौन ला रहा बेटा Q1 तां साइड मेरा जोर लग रहा, Q2 तां है कि उहदे फोर्स लग रही है। सो फोर्स की होगी F21, ते फोर्स लग किधरों रही है 1 तो 2 वल, इस करके पोजीशन वेक्टर की होगा R कैप 1 2, तो फोर्स की होगी बेटा, फोर्स होगी 1 upon 4 pi epsilon naught Q1 Q2 R स्क्वायर, ते नाल डायरेक्शन की है, डायरेक्शन है R कैप 1 2। हाँ बेटा हुण वही एडिशनल स्टेप, R नाल मल्टीप्लाई R नाल डिवाइड, हाँ बेटा R नाल मल्टीप्लाई करे तो यह सारी टर्म की बन चुकी है वैक्टर,
ਤੇ ਵੈਕਟਰ ਦੀ ਸਾਨੂੰ ਪਤਾ ਕਿਉਂ ਜ਼ਰੂਰਤ ਸੀ, ਦੀ ਜ਼ਰੂਰਤ ਸੀ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਚ, ਤਾਂ ਕਿ ਕਿਉਂਕਿ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਨੂੰ ਵੈਕਟਰ ਦੀ ਜ਼ਰੂਰਤ ਆ ਤੇ ਕੱਲੀ ਆਰ ਜਾਂ ਕੱਲੀ ਆਰ ਕੈਪ 1 2 ਵੈਕਟਰ ਨਹੀਂ ਹੈਗੇ। ਅਗਰ ਬੇਟਾ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਇਹ ਵੈਕਟਰ ਬਣੂਗਾ। ਸੋ ਹੁਣ ਆਪਾਂ ਤੁਰਨਾ ਸੀ ਬੇਟਾ ਕਿੱਥੋਂ, ਆਪਾਂ ਤੁਰਨਾ ਸੀ O ਤੋਂ A ਵੱਲ, ਫਿਰ A ਤੋਂ B ਵੱਲ, ਫਿਰ B ਤੋਂ ਦੁਬਾਰਾ ਫਿਰ O ਵੱਲ। ਠੀਕ ਹੈ ਬੇਟਾ, याद रखो O तो A तो B, B तो दोबारा फिर O। इस करके फिर फोर्स की बनूगी, वेक्टर की बनने OA प्लस AB इक्वल टू थर्ड साइड की है बेटा BO। हाँ बेटा की वैल्यू अपने को हैगी आ, अपन को पता अपने को OA की वैल्यू भी है, OB की भी है, की नहीं हैगी AB की। इनू चक के दूजे पासे ले आए, ये बेटा माइनस का हो गया। हाँ जी, हुण AB की वैल्यू कितनी है, AB आ वैक्टर बन चुके हैं R इंटू आर कैप 1 2 मैं लिखता, ये किहदे बराबर है R2 माइनस R1। बेटा फर्क की पै गया, पिछले केस च R1 माइनस R2 सी, एक्टी की आ गया, एक्टी बेटा तो बिल्कुल की हो गया, उल्टा हो गया, उल्टा की आ R2 माइनस R1। हाँ भाई हुण बेटा मैग्नीट्यूड कितना हो, कल्ली R कितनी होगी, कल्ली R होगी, डायरेक्शन हटा दो तो R2 माइनस R1 दे आले साइड ते मॉड लगा दो। बेटा की बन चुकिया, ये बन चुकिया स्केलर, मतलब बेटा ये कला की आ मैग्नीट्यूड बन चुकिया। हाँ जी, यदि करांगे वैल्यू पुट इत्थे F21 1/4πε0 Q1 Q2, R की वैल्यू कितनी है बेटा R2 माइनस R1 उरे पुट करता, ते बेटा वैक्टर तुहानू पता ही है R कैप R इंटू आर कैप 1 2, यदि वैल्यू हैगी R2 माइनस R1 जो वैल्यू पुट की, ते भी बेटा किहड़ी फॉर्म आ, ये फॉर्म एंड टर्म ऑफ पोजीशन वैक्टर। आप दोनों साइड कढ़ लिया बेटा, तो फोर्स 1 तो 2 वाल लगती सी ते 2 तो 1 वाल लगती सी। आई होप बेटा तुम सारा कॉन्सैप्ट चंगी तरह बरीकी च कली कली टर्म समझ लग गई होगी। सो बेटा थैंक यू, प्लीज़ लाइक शेयर एंड सबसक्राइब माय चैनल। बेटा घरे बैठो, घरे बह के स्टडी करो, बाहर ना निकलो तो कोरोना नूं हराओ। सो थैंक यू बेटा।